ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਨਰਿੰਦਰਪਾਲ ਸਿੰਘ ਫਿਊਚਰ ਪੁਆਇੰਟ ਮੁਕਤਸਰ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ। ਪਿਆਰੇ ਵਿਦਿਆਰਥੀ ਸਾਥੀਓ, ਸਾਡੀਆਂ ਜਿਹੜੀਆਂ ਵੀਡੀਓਜ਼ ਦੀ ਲੜੀ ਹੈ ਇਹ ਉਹਨਾਂ ਵਿਦਿਆਰਥੀਆਂ ਦੀ ਪਹੁੰਚ ਤੱਕ ਪਹੁੰਚਾਈ ਜਾਵੇ ਜਿਹੜੇ ਵਿਦਿਆਰਥੀਆਂ ਤੱਕ ਪੀਐਸ ਟੈਟ ਦੀ ਜਿਹੜੀ ਹੈਗੀ ਹੈ ਜੋ ਚਾਹੁੰਦੇ ਨੇ ਕਿ ਅਸੀਂ ਪੀਐਸ ਟੈਟ ਨੂੰ ਪਾਸ ਕਰਨਾ, ਤੇ ਲੋੜਵੰਦ ਵਿਦਿਆਰਥੀ ਤੱਕ ਪਲੀਜ਼, ਜਿਹੜੇ ਬਿਲਕੁਲ ਅਖੀਰ ਤੇ ਜੋ ਲੋੜਵੰਦ ਵਿਦਿਆਰਥੀ ਬੈਠਾ ਉਸ ਤੱਕ ਸਾਡੀ ਇਹ ਵੀਡੀਓ ਪਹੁੰਚਾਈ ਜਾਵੇ। ਥੈਂਕ ਯੂ ਜੀ। ਸੋ ਸਾਡਾ ਜਿਹੜਾ ਇਹ ਮੋਟਿਵ ਹੈ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਘਰ ਬੈਠਿਆਂ ਨੂੰ ਪੀਟੈਟ ਦਾ ਅਸੀਂ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਾਂਗੇ। ਬਿਲਕੁਲ ਫ੍ਰੀ ਆਫ ਕੋਸਟ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਜਿਹੜਾ ਹੈਗਾ ਪੀਟੈਟ ਦੀ ਤਿਆਰੀ ਕਰਵਾਵਾਂਗੇ। ਸੋ ਜੇ ਤੁਸੀਂ ਸਾਡੇ ਚੈਨਲ ਨਾਲ ਜੁੜੋਗੇ ਤਾਂ ਤੁਹਾਨੂੰ ਇਹ ਸਾਰੇ ਦਾ ਸਾਰਾ ਸਟੱਡੀ ਮਟੀਰੀਅਲ ਬਿਲਕੁਲ ਫ੍ਰੀ ਆਫ ਕੋਸਟ ਮਿਲੇਗਾ ਜੀ, ਬਿਲਕੁਲ ਮੁਫਤ ਅਸੀਂ ਪੀਟੈਟ ਦੀ ਤਿਆਰੀ ਸ਼ੁਰੂ ਕਰਾਂਗੇ। ਸੋ ਸਾਡਾ ਜਿਹੜਾ ਪੀਟੈਟ ਦੀ ਤਿਆਰੀ ਦਾ ਪਹਿਲਾ ਟੌਪਿਕ ਹੈ ਜੀ, ਇਹਦੇ ਵਿੱਚ ਸਾਡੇ ਕੋਲ ਆਉਂਦਾ ਜੀ ਭਾਰਤੀ ਇਤਿਹਾਸ। ਤਾਂ ਭਾਰਤੀ ਇਤਿਹਾਸ ਦੇ ਵਿੱਚ ਅਸੀਂ ਜੇ ਪੜ੍ਹਦੇ ਹਾਂ ਤਾਂ ਭਾਰਤੀ ਸੰਵਿਧਾਨ, ਸਾਡਾ ਸੰਵਿਧਾਨ ਦਾ ਜਿਹੜਾ ਇਤਿਹਾਸ ਹੈ ਇਹ ਵੀ ਇੱਕ ਹਿਸਟਰੀ ਦਾ ਪਾਰਟ ਬਣ ਜਾਂਦਾ ਹੈ। ਤੇ ਜੇ ਅਸੀਂ ਇਹ ਦੇਖਿਆ ਜਾਵੇ ਕਿ ਪੂਰੇ ਦਾ ਪੂਰਾ ਪੋਲੀਟੀਕਲ ਪਾਰਟ ਹੈ ਤਾਂ ਪੋਲੀਟੀਕਲ ਪਾਰਟ ਵੀ ਹੈ। ਭਾਰਤ ਦੇ ਵਿੱਚ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ, ਭਾਰਤੀ ਸੰਵਿਧਾਨ ਕਿਵੇਂ ਨਿਰਮਾਣ ਦੇ ਵਿੱਚ ਲਿਆਂਦਾ ਗਿਆ, ਕਿਸ ਤਰੀਕੇ ਦੇ ਨਾਲ ਕਮੇਟੀਆਂ ਦੀ ਚੋਣ ਹੋਈ, ਕਿਸ ਤਰੀਕੇ ਦੇ ਨਾਲ ਉਸ ਸਥਿਤੀ ਬਣੀ ਕਿ ਭਾਰਤ ਨੂੰ ਇੱਕ ਆਪਣਾ ਸੰਵਿਧਾਨ ਬਣਾਉਣਾ ਚਾਹੀਦਾ ਹੈ। ਸਾਡੇ ਕੋਲ ਦੇਖਣ ਨੂੰ ਮਿਲਦਾ ਹੈ ਕਿ ਭਾਰਤ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ 1600 ਦੇ ਵਿੱਚ ਜਿਹੜੀ ਆਉਂਦੀ ਹੈ ਵਪਾਰ ਕਰਨ। ਧਿਆਨ 'ਚ ਰੱਖਿਆ ਜੀ ਰਾਜੇ, ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਬਣਦੀ ਹੈ ਤਾਂ ਇਸ ਕੰਪਨੀ ਦੇ ਬਣਦੇ ਸਮੇਂ ਭਾਰਤ ਦੇ ਵਿੱਚ ਮੁਗਲ ਸਮਰਾਟ ਅਕਬਰ ਸੀਗੇ। ਇਹ ਬਹੁਤ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਕੁਐਸਚਨ ਕਿ ਜਦੋਂ ਈਸਟ ਇੰਡੀਆ ਕੰਪਨੀ ਇੰਗਲੈਂਡ ਦੇ ਵਿੱਚ ਬਣੀ ਤਾਂ ਉਸ ਸਮੇਂ ਭਾਰਤ ਦਾ ਮੁਗਲ ਸਮਰਾਟ ਕੌਣ ਸੀਗਾ? ਅਕਬਰ ਸੀ। ਉਸ ਸਮੇਂ ਮਹਾਰਾਣੀ ਕੌਣ ਸੀ? ਇੰਗਲੈਂਡ ਦੇ ਮਹਾਰਾਣੀ ਸੀਗੇ ਐਲਿਜ਼ਾਬੈਥ। ਇਹਨਾਂ ਨੇ ਪਹਿਲੇ ਚਾਰਟ ਦੇ ਦੁਆਰਾ ਭਾਰਤ ਦੇ ਵਿੱਚ ਵਪਾਰ ਕਰਨ ਦੀ ਆਗਿਆ ਦਿੱਤੀ। 1857 ਤੋਂ ਬਾਅਦ ਸਿਪਾਹੀ ਵਿਦਰੋਹ ਦੇ ਕਾਰਨ ਜਿਹੜਾ ਸਾਰੇ ਦਾ ਸਾਰਾ ਸ਼ਾਸਨ ਸੀਗਾ ਉਹ ਬ੍ਰਿਟਿਸ਼ ਸ਼ਾਸਨ ਦੇ ਅੰਦਰ ਚਲੇ ਗਿਆ, ਤੇ ਸਭ ਤੋਂ ਜ਼ਿਆਦਾ ਜਿਹੜਾ ਹੁਣ ਅਧਿਕਾਰਵਾਦ ਹੋ ਗਿਆ ਉਹ ਹੋ ਗਿਆ ਬ੍ਰਿਟਿਸ਼ ਸ਼ਾਸਨ ਦਾ। ਤੇ ਬ੍ਰਿਟਿਸ਼ ਸ਼ਾਸਨ ਦਾ ਜਿਹੜਾ ਅਧਿਕਾਰ ਚੱਲਿਆ ਉਹ ਚੱਲਿਆ 15 ਅਗਸਤ 1947 ਤੱਕ। 15 ਅਗਸਤ 1947 ਤੱਕ ਬ੍ਰਿਟਿਸ਼ ਸ਼ਾਸਨ ਦਾ ਅਧਿਕਾਰ ਚੱਲਿਆ ਜੀ। ਉਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਹੈਗਾ ਭਾਰਤ ਦਾ ਸ਼ਾਸਨ ਚੱਲਦਾ। ਉਸ ਤੋਂ ਪਹਿਲਾਂ ਸਾਡੇ ਕੋਲੇ ਭਾਰਤ ਦੇ ਸ਼ਾਸਨ ਨੂੰ ਚਲਾਉਣ ਦੇ ਲਈ ਇੱਕ ਸੰਵਿਧਾਨ ਦੀ ਜ਼ਰੂਰਤ ਸੀ, ਤੇ ਸੰਵਿਧਾਨ ਨੂੰ ਅਸੀਂ ਕਿਵੇਂ ਤਿਆਰ ਕੀਤਾ ਅਸੀਂ ਉਸ ਬਾਰੇ ਪੜ੍ਹਦੇ ਹਾਂ। ਭਾਰਤ ਦੀ ਆਜ਼ਾਦੀ ਦੇ ਉਪਰੰਤ ਸੰਵਿਧਾਨ ਦੀ ਜ਼ਰੂਰਤ ਮਹਿਸੂਸ ਹੋਈ, ਤੇ ਇਸ ਸੰਵਿਧਾਨ ਦੀ ਜ਼ਰੂਰਤ ਦੀ ਜਿਹੜੀ ਗੱਲਬਾਤ ਕੀਤੀ ਗਈ, ਦੱਸਿਆ ਗਿਆ ਕਿ ਐਮ.ਐਨ. ਰਾਓ ਦੁਆਰਾ, ਇੱਕ ਨਾਮ ਯਾਦ ਰੱਖਿਓ, ਦੋ ਨਾਮ ਆਉਣਗੇ ਕਨਸਟੀਟਿਊਸ਼ਨ ਦੀ ਪੋਲੀਟੀਕਲ ਦੇ ਵਿੱਚ, ਐਮ.ਐਨ. ਰਾਓ ਤੇ ਬੀ.ਐਨ. ਰਾਓ। ਐਮ.ਐਨ. ਰਾਓ ਦਾ ਸੁਝਾਅ ਸੀਗਾ ਕਿ ਇੰਡੀਅਨ ਕਨਸਟੀਟਿਊਸ਼ਨ ਹੋਣਾ ਚਾਹੀਦਾ ਹੈ। ਬੀ.ਐਨ. ਰਾਓ ਐਡਵਾਈਜ਼ਰ ਸੀਗਾ, ਸਲਾਹਕਾਰ ਸੀ, ਕਾਹਦਾ ਸੀ? ਸੰਵਿਧਾਨ ਸਭਾ ਦਾ ਸੀਗਾ। ਦੋਨਾਂ ਦੇ ਵਿੱਚ ਕਨਫਿਊਜ਼ ਨਾ ਹੋਇਓ, ਪੇਪਰ ਦੇ ਵਿੱਚ ਕੁਐਸਚਨ ਹੁੰਦਾ ਹੈ। ਐਮ.ਐਨ. ਰਾਓ ਸੀ ਜਿਹੜੇ, ਇਹਨਾਂ ਨੇ ਸੁਝਾਅ ਦਿੱਤਾ ਸੀਗਾ ਕਿ ਭਾਰਤ ਦਾ ਨਿਰਮਾਣ, ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਜਾਵੇ। 26 ਜਨਵਰੀ 1950 ਨੂੰ ਅਸੀਂ ਇੱਕ ਕਨਸਟੀਟਿਊਸ਼ਨ ਜਿਹੜਾ ਬਣਾ ਕੇ ਉਹਨੂੰ ਪੂਰਨ ਤੌਰ ਤੇ ਲਾਗੂ ਕਰ ਲਿਆ ਸੀਗਾ। ਹੁਣ ਉਹ ਬਣਿਆ ਕਿਵੇਂ, ਕਿੱਥੋਂ ਕਿੱਥੋਂ ਕੀ ਕੀ ਸ਼ੁਰੂ ਹੋਇਆ, ਅਸੀਂ ਉਹਨਾਂ ਸਾਰੀਆਂ ਘਟਨਾਵਾਂ ਬਾਰੇ ਪੜਾਂਗੇ। ਨੀਚੇ ਤੁਸੀਂ ਪੜ੍ਹ ਰਹੇ ਹੋਗੇ ਕੈਬਨਿਟ ਮਿਸ਼ਨ। ਇੱਕ ਕੈਬਨਿਟ ਮਿਸ਼ਨ ਆਇਆ ਸੀ ਸਾਡੇ ਕੋਲ 1946 ਦੇ ਵਿੱਚ। ਕੈਬਨਿਟ ਮਿਸ਼ਨ ਨੇ ਸਾਨੂੰ ਸੰਵਿਧਾਨ ਦਾ ਨਿਰਮਾਣ ਕਰਨ ਦਾ ਜਿਹੜਾ ਪੂਰਨ ਮੌਕਾ ਦਿੱਤਾ। ਕੈਬਨਿਟ ਮਿਸ਼ਨ ਦੇ ਜਿਹੜੇ ਹੈੱਡ ਸੀਗੇ ਪੈਂਥਿਕ ਲਾਰੈਂਸ। ਪੁੱਛਿਆ ਜਾਂਦਾ ਕੈਬਨਿਟ ਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਸੀਗੇ? 3 ਮੈਂਬਰ ਸੀ। ਕੈਬਨਿਟ ਮਿਸ਼ਨ ਦੇ ਹੈੱਡ ਕੌਣ ਸੀ? ਪੈਂਥਿਕ ਲਾਰੈਂਸ। ਸਟੈਨਫੋਰਡ ਕ੍ਰਿਪਸ ਤੇ ਅਲੈਗਜ਼ੈਂਡਰ, ਇਹ ਬਾਕੀ ਇਹਨਾਂ ਦੇ 2 ਸਾਥੀ ਸੀ। ਕੰਪਨੀ ਦਾ ਸ਼ਾਸਨ ਸ਼ੁਰੂ ਹੋ ਗਿਆ। 1773 ਦੀ ਗੱਲ ਹੈ ਜੀ। ਭਾਰਤੀ ਸੰਵਿਧਾਨ ਨਿਰਮਾਣ ਦੇ ਵਿੱਚ ਲੈ ਕੇ ਚੱਲਾਂਗੇ। ਸਭ ਤੋਂ ਪਹਿਲਾਂ ਜਿਹੜਾ ਦੌਰ ਹੈ ਪਿਛਲਾ ਉਹਦੇ ਬਾਰੇ ਪੜ੍ਹੀਏ। 1773 ਦੇ ਵਿੱਚ ਇੰਗਲੈਂਡ ਦੇ ਵੱਲੋਂ ਕੰਪਨੀ ਸ਼ਾਸਨ ਦੇ ਵੱਲੋਂ ਇੱਕ ਰੈਗੂਲੇਟਿੰਗ ਐਕਟ ਪੇਸ਼ ਕੀਤਾ ਗਿਆ। ਕਦੋਂ ਕੀਤਾ ਗਿਆ? 1773। 1773 ਦੇ ਵਿੱਚ ਜਿਹੜਾ ਰੈਗੂਲੇਟਿੰਗ ਐਕਟ ਆਇਆ, ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਕੰਪਨੀ ਨੇ ਭਾਰਤ ਵਿੱਚ ਨਿਯੰਤਰਿਤ ਕਾਰਜ ਕਰਨਾ ਆਰੰਭ ਸ਼ੁਰੂ ਕਰਤਾ। ਇਸ ਐਕਟ ਦੇ ਦੁਆਰਾ ਭਾਰਤ ਦੇ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਨੀਂਹ ਰੱਖੀ ਗਈ। ਇਸ ਅਧਿਨਿਯਮ ਦੁਆਰਾ ਜਿਹੜਾ ਬੰਗਾਲ ਦੇ ਗਵਰਨਰ ਨੂੰ ਰਾਜੇ ਗਵਰਨਰ ਜਨਰਲ ਬਣਾ ਦਿੱਤਾ ਗਿਆ। ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀਗਾ? ਜਨਰਲ ਵਾਰਨ ਹੈਸਟਿੰਗ। ਇੱਥੋਂ ਇਹਨਾਂ ਦਾ ਟੈਨਿਓਰ ਵੀ ਫਿਕਸ ਕਰ ਦਿੱਤਾ ਗਿਆ ਕਿ ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲ ਰਹੇਗਾ। ਜਦੋਂ ਸਾਡੇ ਕੋਲ 1773 ਐਕਟ ਆਉਂਦਾ ਹੈ
ਤੇ 1773 ਐਕਟ ਦੇ ਦਰਮਿਆਨ 1774 ਦੇ ਵਿੱਚ ਸਨ 1774 ਦੇ ਵਿੱਚ ਟ੍ਰਿਕੀ ਕੁਐਸਚਨ ਹੈ, ਸਮਝਿਓ ਜੀ, ਕੁਐਸਚਨ ਪਕੜ ਲਿਆ ਜੇ ਧਿਆਨ ਨਾਲ। ਟ੍ਰਿਕੀ ਕੁਐਸਚਨ ਹੈ ਜੀ। ਕੁਐਸਚਨ ਇਹ ਹੈਗਾ ਵੀ ਭਾਰਤ ਦੇ ਵਿੱਚ ਪਹਿਲੀ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ? ਉੱਥੇ ਲਿਖਿਆ ਹੁੰਦਾ ਜੀ 1773, 1774, 1775, 1776। ਸੁਪਰੀਮ ਕੋਰਟ ਦੀ ਸਥਾਪਨਾ ਸੀ ਜਿਹੜੀ ਉਹ 1774 ਦੇ ਵਿੱਚ ਕੀਤੀ ਗਈ ਸੀ, ਸਨ 1774। ਕੁਐਸਚਨ ਚੇਂਜ ਕਰਦਾ, ਆਨਸਰ ਵੀ ਚੇਂਜ ਹੋ ਜਾਏਗਾ। ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਅਧੀਨ ਕੀਤੀ ਗਈ? ਸੁਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਅਧੀਨ ਕੀਤੀ ਗਈ? ਕੁਐਸਚਨ ਚੇਂਜ ਹੋ ਗਿਆ, ਆਨਸਰ ਚੇਂਜ ਹੋ ਜਾਊਗਾ। ਕੁਐਸਚਨ ਚੇਂਜ ਹੋ ਗਿਆ, ਐਕਟ ਪੁੱਛਿਆ ਗਿਆ, ਕਿਹੜਾ ਐਕਟ ਸੀਗਾ? ਰੈਗੂਲੇਟਿੰਗ ਐਕਟ 1773। ਦੇਖੋ ਪਹਿਲਾਂ ਵਾਲੇ ਚ ਸਨ ਪੁੱਛ ਲਿਆ, ਕਿਹੜੇ ਸਾਲ ਕੀਤੀ ਗਈ? 1774। ਦੂਜੇ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛ ਲਿਆ ਗਿਆ ਹੈਗਾ ਕਿ ਕਿਹੜੇ ਐਕਟ ਦੇ ਅਧੀਨ ਕੀਤੀ ਗਈ, ਤੇ ਐਕਟ ਆ ਗਿਆ 1774। 1773 ਐਕਟ ਦੇ ਅਨੁਸਾਰ ਜਨਰਲ ਵਾਰਨ ਹੈਸਟਿੰਗ ਦਾ ਕਾਰਜਕਾਲ ਕਿੰਨਾ ਫਿਕਸ ਕਰ ਦਿੱਤਾ ਗਿਆ ਸੀ? 5 ਸਾਲ। ਕਿਸ ਐਕਟ ਦੇ ਅਨੁਸਾਰ ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ? 1773 ਰੈਗੂਲੇਟਿੰਗ ਐਕਟ ਦੇ ਅਨੁਸਾਰ। ਕਿਹੜਾ ਐਕਟ ਹੈ ਜੀ ਇਹ? 1773 ਰੈਗੂਲੇਟਿੰਗ ਐਕਟ। ਉਸ ਤੋਂ ਬਾਅਦ ਆਉਂਦਾ ਜੀ 1773 ਰੈਗੂਲੇਟਿੰਗ ਐਕਟ ਦੇ ਵਿੱਚ ਨਾ ਮੈਂ ਤੁਹਾਨੂੰ ਦੱਸ ਦਿਆਂ ਇੱਥੇ ਥੋੜਾ ਜਿਹਾ ਕਰਪਸ਼ਨ ਆ ਗਈ। ਲੋਕ ਸੀ ਜਿਹੜੇ ਇਹ ਆਪਣਾ ਜਿਹੜਾ ਪੋਲੀਟੀਕਲੀ ਥੋੜਾ ਜਿਹਾ ਵਧਾਉਣਾ ਸ਼ੁਰੂ ਕਰਤਾ, ਲੋਕਾਂ ਤੋਂ ਇਹਨਾਂ ਨੇ ਤੋਹਫੇ ਲੈਣੇ ਸ਼ੁਰੂ ਕਰਤੇ। ਤੋਂ ਇਸ ਦੀ ਜਿਹੜੀ ਜਾਣਕਾਰੀ ਹੈ ਜਿਹੜੀ ਪੂਰਨ ਰੂਪ ਦੇ ਵਿੱਚ ਬ੍ਰਿਟਿਸ਼ ਸਰਕਾਰ ਤੱਕ ਪਹੁੰਚੀ। ਤਾਂ ਆਪਾਂ ਨੂੰ ਜਨਰਲ ਕੁਐਸਚਨ ਵੀ ਬਣ ਸਕਦਾ ਕਿ ਪਹਿਲੇ ਬੰਗਾਲ ਦੇ ਗਵਰਨਰ ਜਨਰਲ ਵਾਰਨ ਹੈਸਟਿੰਗ ਮਦਰਾਸ ਬੰਬਈ ਦੇ ਗਵਰਨਰ ਜਨਰਲ ਜਿਹੜੇ ਦੇ ਅਧੀਨ ਆ ਗਏ ਸੀਗੇ। 1774 ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ, ਤੇ ਜਦੋਂ ਸੁਪਰੀਮ ਕੋਰਟ ਦੀ ਸਥਾਪਨਾ ਹੁੰਦੀ ਹੈ ਉਹਦੇ ਵਿੱਚ ਕੁੱਲ ਕਿੰਨੇ ਜੱਜ ਸੀਗੇ? 4 ਜੱਜ ਸੀ, ਜਿਨ੍ਹਾਂ ਵਿੱਚ ਇੱਕ ਮੁੱਖ ਸੀਗਾ, 3 ਸਹਾਇਕ ਸੀ। ਹੁਣ ਜਦੋਂ ਉਹਨਾਂ ਕੋਲੇ ਕੰਪਲੇਂਟ ਪਹੁੰਚ ਗਈ ਬ੍ਰਿਟਿਸ਼ ਕੋਲੇ ਕਿ ਵੀ ਉੱਥੇ ਕਰਪਸ਼ਨ ਫੈਲ ਚੁੱਕੀ ਹੈ ਥੋੜੀ ਮੋਟੀ, ਤਾਂ ਉਹਨਾਂ ਨੇ ਸੁਧਾਰ ਕੀਤਾ। ਸੁਧਾਰ ਕਰਨ ਲਈ ਉਹਨਾਂ ਨੇ ਇੱਕ ਨਵਾਂ ਐਕਟ ਜਾਰੀ ਕੀਤਾ। ਐਕਟ ਦਾ ਨਾਮ ਹੈ ਪਿਟਸ ਇੰਡੀਆ ਐਕਟ 1784। ਇਸ ਐਕਟ ਦੇ ਨਾਲ ਕੰਪਨੀ ਨੇ ਵਪਾਰ ਤੇ ਰਾਜਨੀਤਿਕ ਕਾਰਜ ਵੱਖ-ਵੱਖ ਕਰਦੇ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਥੋੜਾ ਜਿਹਾ ਉਹਦੇ ਚ ਕਰਪਸ਼ਨ ਫੈਲ ਗਈ ਸੀ। ਕੰਪਨੀ ਦੇ ਵਿੱਚ ਜਿਹੜਾ ਵਪਾਰਿਕ ਵੀ ਸੀ, ਰਾਜਨੀਤਿਕ ਵੀ ਸੀ, ਤੇ ਦੋਨੇ ਕੰਮਾਂ ਨੂੰ ਉਹਨੇ ਵੱਖ-ਵੱਖ ਕਰਤਾ। ਇਹ 'ਚ 2 ਬਾਡੀਜ਼ ਨਵੀਆਂ ਸਥਾਪਿਤ ਕੀਤੀਆਂ ਗਈਆਂ, ਬੋਰਡ ਆਫ ਕੰਟਰੋਲ ਤੇ ਬੋਰਡ ਆਫ ਡਾਇਰੈਕਟਰ। ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ, ਦੋਹਰੀ ਸ਼ਾਸਨ ਪ੍ਰਣਾਲੀ ਦਾ ਜਨਮ ਹੋਇਆ। ਇੱਥੋਂ ਆਰੰਭ ਹੁੰਦਾ ਜੀ ਬੋਰਡ ਆਫ ਕੰਟਰੋਲ ਤੇ ਬੋਰਡ ਆਫ ਡਾਇਰੈਕਟਰ। ਚਾਰਟ ਐਕਟ 1833। ਇਸ ਐਕਟ ਦੇ ਅਧੀਨ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਜੀ, ਲਾਰਡ ਵਿਲੀਅਮ ਬੈਂਟਿਕ। ਸੌਰੀ ਦੋਸਤੋ, ਅੱਜ ਥੋੜਾ ਜਿਹਾ ਸੰਡੇ ਦਾ ਦਿਨ ਹੋਣ ਕਰਕੇ ਆਵਾਜਾਈ ਦਾ ਬੜਾ ਸ਼ੋਰ ਸ਼ਰਾਬਾ। ਸੈਂਟਰ ਤੇ ਸਟੂਡੀਓ ਦਾ ਕੰਮ ਚੱਲ ਰਿਹਾ, ਸਟੂਡੀਓ ਬਣ ਰਿਹਾ, ਪਰ ਬਿਲਕੁਲ ਸਾਊਂਡ ਫ੍ਰੀ। ਆਪਾਂ ਆਸੇ ਪਾਸੇ ਦੀ ਜਿਹੜੀ ਨੋਇਸ ਹੈ ਉਸ ਤੋਂ ਬਿਲਕੁਲ ਰਹਿਤ ਹੋ ਕੇ ਪੜਿਆ ਕਰਾਂਗੇ। ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਡੀਓਜ਼ ਜਿੰਨੇ ਵੀ ਨੇ ਨਾਈਟ ਟਾਈਮ ਤਿਆਰ ਕੀਤੇ ਜਾਣ। ਉਹ ਲਾਰਡ ਵਿਲੀਅਮ ਬੈਂਟਿਕ ਦੇ ਮਤਲਬ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣੇ। ਇਸ ਦੇ ਅਧੀਨ ਜੋ ਵੀ ਕਾਨੂੰਨ ਬਣਾਇਆ ਗਿਆ ਉਸ ਨੂੰ ਅਧਿਨਿਯਮ ਕਿਹਾ ਜਾਣ ਲੱਗਾ। ਹੁਣ ਜਦੋਂ ਚਾਰਟ ਐਕਟ 1833 ਦੇ ਅੰਡਰ ਜਿੰਨੇ ਵੀ ਕਾਨੂੰਨ ਬਣੇ ਨਾ, ਉਹਨਾਂ ਨੂੰ ਅਧਿਨਿਯਮ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ। ਚਾਰਟ ਐਕਟ 1853। ਇਸ ਐਕਟ ਦੇ ਵਿੱਚ ਜਿਹੜਾ ਸੀਗਾ ਕਿ ਭਾਰਤ ਦੇ ਕੋਲ 12 ਮੈਂਬਰੀ ਵਿਧਾਨ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ। ਦੇਖੋ ਜੀ, ਵਿਧਾਨ ਪ੍ਰੀਸ਼ਦ ਦੀ ਸਥਾਪਨਾ ਹੋ ਚੁੱਕੀ ਹੈ। ਕਿਹੜੇ ਐਕਟ ਦੇ ਅਧੀਨ ਹੋਈ ਹੈ ਜੀ? 1853 ਦੇ ਅਧੀਨ। ਤੇ ਇਮਤਿਹਾਨ ਦੇ ਦੁਆਰਾ ਜਿਹੜਾ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਲੱਗੀਆਂ, ਜਿੰਨੀਆਂ ਵੀ ਗਵਰਨਮੈਂਟ ਜੌਬ ਸੀਗੀਆਂ ਜਦੋਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ, ਸਾਰੀਆਂ ਥਰੂ ਐਗਜ਼ਾਮ ਦੇਣੀਆਂ ਸ਼ੁਰੂ ਕਰਤੀਆਂ। ਇਸ ਸਮੇਂ ਭਾਰਤ ਦੇ ਵਿੱਚ 1857 ਕ੍ਰਾਂਤੀ ਵਿਦਰੋਹ ਵੀ ਆਰੰਭ ਹੋ ਗਿਆ, ਤੇ ਇਸ ਸਮੇਂ ਜਿਹੜਾ ਨਿਯੰਤਰਣ ਸੀਗਾ ਉਹ ਸਾਰੇ ਦਾ ਸਾਰਾ ਕਰਾਉਣ ਦੇ ਹੱਥਾਂ। ਅੰਡਰਸਟੈਂਡ ਕਰਿਓ ਮੇਰੀ ਗੱਲ ਨੂੰ। 1857 ਦੇ ਵਿੱਚ ਇੱਕ ਬਹੁਤ ਵੱਡਾ ਭਾਰਤ ਦੇ ਵਿੱਚ ਕ੍ਰਾਂਤੀਕਾਰੀ ਵਿਦਰੋਹ ਸ਼ੁਰੂ ਹੋ ਗਿਆ। ਆਪਾਂ ਜਾਣਦੇ ਹਾਂ ਸੈਨਿਕ ਕ੍ਰਾਂਤੀਕਾਰੀ ਵਿਦਰੋਹ, ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ, ਇਹਨੂੰ ਕਈ ਨਾਮ ਦਿੱਤੇ ਗਏ।
ਇਹ 1857 ਦੇ ਵਿੱਚ ਸ਼ੁਰੂ ਹੋਇਆ ਤੇ 1857 ਦੇ ਵਿੱਚ ਜਦੋਂ ਆਰੰਭ ਹੁੰਦਾ ਹੈ ਤੇ 1858 ਦੇ ਵਿੱਚ ਆ ਕੇ ਜਦੋਂ ਇਹਦਾ ਅੰਤ ਹੁੰਦਾ ਤਾਂ ਇਸ ਨੂੰ ਕਰਾਊਨ ਜਿਹੜੀ ਸੀ, ਤਾਜ ਸੀ ਜਿਹੜਾ ਬ੍ਰਿਟਿਸ਼ ਤੋਂ ਚੱਲਦਾ ਸ਼ਾਸਨ ਸੀ ਜਿਹੜਾ, ਉਹਨਾਂ ਨੇ ਸਾਰੇ ਭਾਰਤ ਦੇ ਸ਼ਾਸਨ ਨੂੰ ਨਾ ਆਪਦੇ ਅਧੀਨ ਲੈ ਲਿਆ। ਜਦੋਂ ਉਹਨਾਂ ਨੇ ਉਸ ਸ਼ਾਸਨ ਨੂੰ ਆਪਦੇ ਅਧੀਨ ਲੈ ਲਿਆ ਤਾਂ ਹੁਣ ਸ਼ਾਸਨ ਜਿਹੜਾ ਹੈਗਾ ਪੂਰਨ ਤੌਰ ਤੇ ਜਿਹੜਾ ਹੈਗਾ ਕਰਾਊਨ ਦਾ। ਇੱਥੇ ਬੋਰਡ ਆਫ ਕੰਟਰੋਲ ਤੇ ਬੋਰਡ ਆਫ ਡਾਇਰੈਕਟਰ ਨੂੰ ਸਮਾਪਤ ਕਰ ਦਿੱਤਾ ਗਿਆ, ਜਿਹੜਾ ਆਪਾਂ ਬ੍ਰਿਟਿਸ਼ ਇੰਡੀਆ ਐਕਟ ਦੇ ਅਧੀਨ 1784 ਦੇ ਵਿੱਚ ਬਣਾਇਆ ਸੀਗਾ, ਬੋਰਡ ਆਫ ਕੰਟਰੋਲ ਤੇ ਬੋਰਡ ਆਫ ਡਾਇਰੈਕਟਰ। ਕੰਪਨੀ ਰਾਜ ਨੂੰ ਸਮਾਪਤ ਵੀ ਕਰ ਦਿੱਤਾ ਗਿਆ। ਹੁਣ ਪੂਰਨ ਤੌਰ ਤੇ ਅੰਗਰੇਜ਼ੀ ਸ਼ਾਸਨ ਸ਼ੁਰੂ ਹੋ ਗਿਆ। ਹੁਣ ਚੱਲ ਪਿਆ ਤਾਜ ਦਾ ਸ਼ਾਸਨ। 1858 ਤੋਂ ਲੈ ਕੇ 1947 ਤੱਕ ਜਿਹੜਾ ਸਾਡੇ ਕੋਲੇ ਕਰਾਊਨ ਤਾਜ ਇਹਦੇ ਅੰਡਰ ਸ਼ਾਸਨ ਚੱਲਿਆ। ਭਾਰਤ ਸ਼ਾਸਨ ਅਧਿਨਿਯਮ 1858, ਇਸ ਦੇ ਵਿੱਚ ਭਾਰਤ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਵਾਇਸਰਾਏ ਬਣਾ ਦਿੱਤਾ। ਭਾਰਤ ਦਾ ਪਹਿਲਾ ਵਾਇਸਰਾਏ ਸੀਗਾ ਲਾਰਡ ਕੈਨੀ। ਇਸ ਦੇ ਸਮੇਂ ਇੱਕ ਵਿਦਰੋਹ ਹੋਇਆ ਸੀ, ਇਸ ਵਿਦਰੋਹ ਦਾ ਨਾਮ ਸੀਗਾ 1857 ਕ੍ਰਾਂਤੀ। 1909 ਦਾ ਅਧਿਨਿਯਮ ਆਂਦਾ ਸਾਡੇ ਕੋਲੇ। ਇਸ ਸਮੇਂ ਭਾਰਤ ਦੇ ਵਿੱਚ ਵਾਇਸਰਾਏ ਸੀ ਜਿਹੜੇ ਲਾਰਡ ਮਿੰਟੋ ਸੀ। ਕੌਣ ਸੀਗੇ ਜੀ? ਲਾਰਡ ਮਿੰਟੋ। ਇਸ ਸਮੇਂ ਜਿਹੜਾ ਪੇਸ਼ ਹੋਇਆ ਅਧਿਨਿਯਮ ਸੀ ਉਸ ਨੂੰ ਮਾਰਲੇ ਮਿੰਟੋ ਸੁਧਾਰ ਬੋਲਦੇ। ਕੀ ਕਹਿੰਦੇ ਸੀ ਜੀ? ਮਾਰਲੇ ਮਿੰਟੋ ਸੁਧਾਰ। ਇਸ ਦੇ ਵਿੱਚ ਲਾਰਡ ਮਾਰਲੇ ਦੇ ਵਾਇਸਰਾਏ ਲਾਰਡ ਮਿੰਟੋ ਨੇ ਸੁਧਾਰ ਅੰਕਿਤ ਕੀਤੇ। ਇਹਨਾਂ ਨੇ ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਦੇ ਲਈ ਇੱਕ ਵੱਖਰਾ ਨਿਰਵਾਚਨ ਅਵਸਥਾ ਪ੍ਰਬੰਧਨ ਕੀਤਾ। ਇਹਨੂੰ ਬੋਲਦੇ ਸੀ ਸੰਪਰਦਾਇਕ ਨਿਰਵਾਚਨ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਅਧਿਨਿਯਮ 1909 ਦੀ ਇੱਕ ਦੇਣ ਹੈ ਸੰਪਰਦਾਇਕ ਨਿਰਵਾਚਨ। ਇਹ ਚੀਜ਼ ਨਾ ਭੁੱਲਿਆ ਜੀ। ਪੁੱਛੂਗਾ ਸੰਪਰਦਾਇਕ ਨਿਰਵਾਚਨ ਕਿਸ ਦੇ ਜਨਕ ਕੌਣ ਨੇ, ਤਾਂ ਇਸ ਦੇ ਜਨਕ ਲਾਰਡ ਮਿੰਟੋ ਤੇ ਲਾਰਡ ਮਾਰਲੇ। ਇਹਨਾਂ ਨੇ ਸੰਪਰਦਾਇਕ ਜਨਮ ਦਿੱਤਾ। ਭਾਰਤ ਸ਼ਾਸਨ ਅਧਿਨਿਯਮ 1919 ਮਾਂਟੇਗ ਚੈਮਸਫੋਰਡ ਸੁਧਾਰ 20 ਅਗਸਤ 1917 ਨੂੰ ਬ੍ਰਿਟਿਸ਼ ਸਰਕਾਰ ਨੇ ਪਹਿਲੀ ਵਾਰ ਘੋਸ਼ਣਾ ਕੀਤੀ ਕਿ ਭਾਰਤ ਵਿੱਚ ਉੱਤਰਦਾਈ ਸਰਕਾਰ ਦੀ ਸਥਾਪਨਾ ਕੀਤੀ ਹੈ। ਇੱਥੋਂ ਕਨਸਟੀਟਿਊਸ਼ਨ ਦੀ ਨੀਡ ਮਹਿਸੂਸ ਹੋਣੀ ਸ਼ੁਰੂ ਹੋ ਗਈ। 20 ਅਗਸਤ 1917 ਨੂੰ ਇਹਨਾਂ ਨੇ ਇੱਕ ਘੋਸ਼ਣਾ ਕਰਤੀ ਕਿ ਭਾਰਤ ਦੇ ਲਈ ਇੱਕ ਜਿਹੜੀ ਹੈਗੀ ਆ ਉੱਤਰਦਾਈ ਸਰਕਾਰ ਹੋਣੀ ਬਹੁਤ ਜ਼ਰੂਰੀ ਹੈ। ਇਸ ਦੇ ਅਧੀਨ 1919 ਦੇ ਵਿੱਚ ਭਾਰਤ ਸ਼ਾਸਨ ਅਧਿਨਿਯਮ ਬਣਾਇਆ ਗਿਆ। ਇਸ ਕਾਨੂੰਨ ਨੂੰ ਚੈਮਸਫੋਰਡ ਸੁਧਾਰ ਕਿਹਾ ਜਾਂਦਾ ਹੈ। ਇਸ ਸੁਧਾਰ ਦੇ ਅਧੀਨ ਰਾਜ ਸਭਾ ਤੇ ਲੋਕ ਸਭਾ ਦਾ ਗਠਨ ਕੀਤਾ ਗਿਆ। ਨੈਬ ਤਹਿਸੀਲਦਾਰ ਦੇ ਵਿੱਚ ਕੁਐਸਚਨ ਆਇਆ ਸੀਗਾ ਕਿ ਕਿਸ ਐਕਟ ਦੇ ਅਧੀਨ, ਕਿਸ ਅਧਿਨਿਯਮ ਦੇ ਅਧੀਨ ਭਾਰਤ ਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦਾ ਗਠਨ ਕੀਤਾ ਗਿਆ, ਤਾਂ ਉਹ ਅਧਿਨਿਯਮ 1919 ਦੇ ਅਧੀਨ ਕੀਤਾ ਗਿਆ। ਅਧਿਨਿਯਮ 1919 ਦੇ ਅਧੀਨ ਇੱਕ ਚੀਜ਼ ਰੱਖੀ ਗਈ ਕਿ ਜਿਹੜੇ ਲੋਕ ਵੋਟ ਪਾਉਣਗੇ ਉਹ ਸਿੱਖਿਅਤ ਲੋਕ ਵੋਟ ਪਾਉਣੇ, ਐਜੂਕੇਟਡ ਲੋਕ ਵੋਟ ਪਾਉਣਗੇ, ਉਹਨਾਂ ਨੂੰ ਮਤ ਦਾ ਅਧਿਕਾਰ ਮਿਲੇਗਾ। ਇਸਨੇ ਪਹਿਲੀ ਵਾਰ ਕੇਂਦਰ ਦੇ ਵਿੱਚ ਬਜਟ ਰਾਜ ਬਜਟ ਤੋਂ ਵੱਖਰਾ ਕਰਕੇ ਇੱਕ ਸਪੈਸ਼ਲ ਬਜਟ ਪੇਸ਼ ਕੀਤਾ। ਕਿਹਨੇ? ਅਧਿਨਿਯਮ 1919 ਨੇ। ਸਭ ਤੋਂ ਇੰਪੋਰਟੈਂਟ ਹੈ ਜੀ, ਅਧਿਨਿਯਮ 1919 ਨੇ ਜਿਹੜੀ ਘੋਸ਼ਣਾ ਕੀਤੀ ਸੀ ਉਹਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਕਿ ਭਾਰਤ ਨੂੰ ਇੱਕ ਉੱਤਰਦਾਈ ਸਰਕਾਰ ਦਿੱਤੀ ਜਾਏਗੀ। ਇਹਨਾਂ ਕੋਲ ਕਨਸਟੀਟਿਊਸ਼ਨ ਹੋਣਾ ਬਹੁਤ ਜ਼ਰੂਰੀ ਹੈ। 1927 ਦੇ ਵਿੱਚ ਸਾਡੇ ਕੋਲ ਸਾਈਮਨ ਕਮਿਸ਼ਨ ਆਂਦਾ ਤੇ 1928 ਦੇ ਵਿੱਚ ਭਾਰਤ ਆਂਦਾ ਤੇ ਇਸ ਕਮਿਸ਼ਨ ਦਾ ਵਿਰੋਧ ਕੀਤਾ ਜਾਂਦਾ ਹੈ। ਕਮਿਸ਼ਨ ਬਣਦਾ 1927 ਦੇ ਵਿੱਚ, ਭਾਰਤ ਆਂਦਾ 1928 ਦੇ ਵਿੱਚ। ਬ੍ਰਿਟਿਸ਼ ਸਰਕਾਰ ਸਰ ਜੌਨ ਸਾਈਮਨ ਦੇ ਅਧੀਨ 7 ਮੈਂਬਰਾਂ ਦੀ ਕਮੇਟੀ, ਅਕਸਰ ਕਈ ਕਿਤਾਬਾਂ ਦੇ ਵਿੱਚ ਬੜਾ ਸੋਹਣਾ ਲਿਖਿਆ ਕਿ 7 ਗੋਰੇ ਚਿੱਟੇ ਅੰਗਰੇਜ਼ਾਂ ਦਾ ਟੋਲਾ। 7 ਗੋਰੇ ਚਿੱਟੇ ਅੰਗਰੇਜ਼ਾਂ ਦਾ ਟੋਲਾ। ਪਹਿਲੀ ਗੱਲ ਤਾਂ ਇਹੀ ਸੀਗੀ ਕਿ ਇਹ ਸਾਰੇ ਦਾ ਸਾਰਾ ਗਰੁੱਪ ਸੀ ਜਿਹੜਾ ਅੰਗਰੇਜ਼ਾਂ ਦਾ ਸੀਗਾ। ਸਾਡਾ ਵਿਰੋਧ ਕਰਨਾ ਬਣਦਾ ਸੀਗਾ। ਕਨਸਟੀਟਿਊਸ਼ਨਲੀ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਸਾਨੂੰ ਗਾਈਡ ਕਰ ਰਹੇ ਪ੍ਰੋਪਰ ਵਿਰੋਧੀ ਤੌਰ ਤੇ ਸਾਡੇ ਅੰਗਰੇਜ਼, ਤੇ ਅਸੀਂ ਇਹ ਚਾਹੁੰਦੇ ਸੀ ਕਿ ਸਾਡੇ ਕਨਸਟੀਟਿਊਸ਼ਨ ਅਸੈਂਬਲੀ, ਸਾਡੀ ਕਨਸਟੀਟਿਊਸ਼ਨ ਦੀ ਫਰੇਮਿੰਗ, ਇਹਦੇ ਵਿੱਚ ਸਾਡੇ ਇੰਡੀਅਨ ਲੋਕ ਵੀ ਪਾਰਟਿਸਿਪੇਟ ਕਰਨ। ਸੋ ਇਹਨਾਂ ਦਾ ਵਿਰੋਧ ਕਰ ਦਿੱਤਾ ਗਿਆ ਜੀ। ਇਹਨੂੰ ਵਾਈਟ ਮੈਨ ਕਮਿਸ਼ਨ ਵੀ ਕਿਹਾ ਜਾਂਦਾ। ਇਸ ਦਾ ਵਿਰੋਧ ਜਿਹੜਾ ਭਾਰਤ ਦੇ ਵੱਖ-ਵੱਖ ਥਾਵਾਂ ਤੇ ਕੀਤਾ ਗਿਆ। ਪੰਜਾਬ ਦੇ ਵਿੱਚ ਇਸ ਦਾ ਵਿਰੋਧ ਲਾਲਾ ਲਾਜਪਤ ਰਾਏ ਜੀ ਨੇ ਕੀਤਾ 1928 ਦੇ ਵਿੱਚ। ਜਦੋਂ ਪੰਜਾਬ ਦੇ ਵਿੱਚ ਸਾਈਮਨ ਕਮਿਸ਼ਨ ਆਉਂਦਾ ਤਾਂ ਕਮਿਸ਼ਨ ਦੇ ਵਿਰੋਧ ਦੇ ਵਿੱਚ ਨਾਅਰੇ ਲਾਏ ਗਏ, ਗੋ ਬੈਕ ਕਮਿਸ਼ਨ, ਗੋ ਬੈਕ ਸਾਈਮਨ, ਗੋ ਬੈਕ ਸਾਈਮਨ। ਤਾਂ ਉਸ ਵਿਰੋਧ ਦੇ ਵਿੱਚ ਅੰਗਰੇਜ਼ਾਂ ਨੇ ਵਿਰੋਧੀਆਂ ਦੇ ਉੱਤੇ, ਜਿਹੜੇ ਪ੍ਰਦਰਸ਼ਨਕਾਰੀ ਸੀ, ਇਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਤੇ ਲਾਠੀਆਂ ਲੱਗੀਆਂ
ਤੇ ਕੁਝ ਲਾਠੀਆਂ ਲਾਲਾ ਜੀ ਦੇ ਵੀ ਲੱਗੀਆਂ। ਲਾਲਾ ਜੀ ਦੇ ਜਦੋਂ ਲਾਠੀ ਲੱਗੀ ਲਾਲਾ ਲਾਜਪਤ ਰਾਏ ਜੀ ਦੇ, ਤੇ ਉਹ ਲਾਠੀਆਂ ਦਾ ਜਿਹੜਾ ਦਰਦ ਸੀਗਾ, ਪੀੜਾ ਸੀਗੀ, ਉਹ ਉਹਨਾਂ ਨੂੰ ਮੌਤ ਦੇ ਘਾਟ ਲੈ ਗਿਆ। ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਕਿਸ ਨੇ ਲਿਆ? ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਸ਼ਹੀਦ ਭਗਤ ਸਿੰਘ ਨੇ ਲਿਆ ਸੀ। ਕੁਐਸਚਨ ਬੜੇ ਸੋਹਣੇ ਨਿਕਲਦੇ ਹੁੰਦੇ ਆ, ਕੁਐਸਚਨ ਨਿਕਲਦੇ ਹੁੰਦੇ ਆ, ਬਣਦੇ ਬੜੇ ਆ, ਸਟੋਰੀਜ਼ ਦੇ ਵਿੱਚੋਂ ਬੜੇ ਕੁਐਸਚਨ ਬਣਦੇ ਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸ਼ਹੀਦ ਭਗਤ ਸਿੰਘ ਨੇ ਕਿਸ ਨੂੰ ਮਾਰ ਕੇ ਲਿਆ? ਸ਼ਹੀਦ ਭਗਤ ਸਿੰਘ ਮਾਰਨ ਗਿਆ ਸੀ ਜੀ ਸਾਂਡਰਸ ਨੂੰ, ਤੇ ਮਰ ਗਿਆ ਸੀ ਸਕਾਟ। ਕਿਸ ਦੀ ਮੌਤ ਦਾ ਬਦਲਾ ਲਿਆ ਸੀ ਭਗਤ ਸਿੰਘ ਨੇ? ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। ਫਿਰ ਇਸ ਤੋਂ ਬਾਅਦ ਜਿਵੇਂ ਸਾਡੇ ਕੋਲੇ ਗੋਲਮੇਜ਼ ਕਾਨਫਰੰਸਸ ਆਰੰਭ ਹੋ ਗਈਆਂ, ਸਾਨੂੰ ਗੋਲਮੇਜ਼ ਕਾਨਫਰੰਸ ਦੇ ਲਈ ਸੱਦਾ ਦਿੱਤਾ ਗਿਆ, ਤਾਂ ਭਾਰਤ ਨੇ ਤਿੰਨੇ ਗੋਲਮੇਜ਼ ਕਾਨਫਰੰਸਸ ਦੇ ਵਿੱਚ ਪਾਰਟਿਸਿਪੇਟ ਕੀਤਾ। ਡਾਕਟਰ BR ਅੰਬੇਦਕਰ ਸਾਹਿਬ, ਤੇਜ ਬਹਾਦਰ ਸਪਰੂ ਜੀ, ਇਹਨਾਂ ਨੇ ਵੀ ਤਿੰਨੇ ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਪਾਰਟਿਸਿਪੇਟ ਕੀਤਾ। ਡਾਕਟਰ BR ਅੰਬੇਦਕਰ ਸਾਹਿਬ ਨੇ ਤਿੰਨੇ ਗੋਲਮੇਜ਼ ਕਾਨਫਰੰਸਾਂ ਅਟੈਂਡ ਕੀਤੀਆਂ, ਤੇ ਮਹਾਤਮਾ ਗਾਂਧੀ ਨੇ ਸੈਕਿੰਡ 1931 ਵਾਲੀ ਜਿਹੜੀ ਗੋਲਮੇਜ਼ ਕਾਨਫਰੰਸ ਸੀ ਉਹ ਅਟੈਂਡ ਕੀਤੀ ਸੀ। ਸੰਪਰਦਾਇਕ ਅਵਾਰਡ। ਬ੍ਰਿਟਿਸ਼ ਪ੍ਰਧਾਨ ਮੰਤਰੀ ਰੈਮਜ਼ ਮੈਕਡੋਨਲਡ ਨੇ ਅਗਸਤ 1932 ਦੇ ਵਿੱਚ ਗੋਲਮੇਜ਼ ਕਾਨਫਰੰਸ ਦੇ ਵਿੱਚ ਜਿਹੜਾ ਅਲਪਸੰਖਿਅਕ ਪ੍ਰਤੀਨਿਧਤਾ ਨੂੰ ਯੋਜਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਨੂੰ ਯੋਜਨਾ ਨੂੰ ਕਮਿਊਨਲ ਅਵਾਰਡ, ਸੰਪਰਦਾਇਕ ਅਵਾਰਡ ਦਾ ਨਾਮ ਦਿੱਤਾ। ਇਸ ਵਿੱਚ ਅਲਪਸੰਖਿਆ ਦੇ ਨਾਲ ਦਲਿਤ ਵਰਗ ਨੂੰ ਵੀ ਅਲੱਗ ਨਿਰਵਾਚਨ ਦਾ ਜਿਹੜਾ ਸੀਗਾ ਵਿਵਸਥਾ ਦਿੱਤੀ ਗਈ। ਇੱਥੋਂ ਸਾਡੇ ਕੋਲ ਇੱਕ ਪੈਕਟ ਜਨਮ ਲੈਂਦਾ, ਪੂਨਾ ਪੈਕਟ। ਤੁਸੀਂ ਸੁਣਿਆ ਹੋਣਾ, ਪੂਨਾ ਪੈਕਟ ਕਿਸ ਕਿਸ ਦੇ ਵਿਚਕਾਰ ਹੋਇਆ? ਪੂਨਾ ਪੈਕਟ ਮਹਾਤਮਾ ਗਾਂਧੀ ਤੇ ਡਾਕਟਰ BR ਅੰਬੇਦਕਰ ਸਾਹਿਬ ਦੇ ਵਿਚਕਾਰ ਹੋਇਆ। ਇਸ ਦੇ ਵਿਰੋਧ ਵਿੱਚ ਮਹਾਤਮਾ ਗਾਂਧੀ ਯਰਵਦਾ ਜੇਲ੍ਹ ਦੇ ਵਿੱਚ ਸੀਗੇ। ਮਹਾਤਮਾ ਗਾਂਧੀ ਯਰਵਦਾ ਜੇਲ੍ਹ ਦੇ ਵਿੱਚ ਅਨਸ਼ਨ ਜਿਹੜਾ ਸੀ ਉਸ ਦੇ ਤੇ ਵਰਤ ਤੇ ਬੈਠ ਗਏ, ਤੇ ਡਾਕਟਰ ਅੰਬੇਦਕਰ ਸਾਹਿਬ ਦੇ ਨਾਲ ਫਿਰ ਇਹਨਾਂ ਨੇ ਇੱਕ ਸਮਝੌਤਾ ਕੀਤਾ। ਸਮਝੌਤਾ ਕਰਕੇ ਇੱਕ ਪੂਨਾ ਪੈਕਟ ਨੂੰ ਜਨਮ ਦਿੱਤਾ। ਪੂਨਾ ਪੈਕਟ ਕਿਸ ਕਿਸ ਦੇ ਵਿਚਕਾਰ ਹੋਇਆ ਜੀ? ਡਾਕਟਰ BR ਅੰਬੇਦਕਰ ਤੇ ਮਹਾਤਮਾ ਗਾਂਧੀ। ਪੂਨਾ ਪੈਕਟ ਕਦੋਂ ਹੋਇਆ ਜੀ? 1932 ਦੇ ਵਿੱਚ ਪੂਨਾ ਪੈਕਟ ਹੋਇਆ ਜੀ। ਨੈਕਸਟ ਆ ਗਿਆ ਜੀ ਭਾਰਤੀ ਅਧਿਨਿਯਮ 1935। ਅਕਸਰ ਕੁਐਸਚਨ ਦੇਖਣ ਨੂੰ ਮਿਲਦਾ ਕਿ ਭਾਰਤੀ ਸੰਵਿਧਾਨ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਹੈ, ਤੇ ਅਸੀਂ ਉਸ ਦੇ ਵਿੱਚ ਇੱਕ ਆਪਸ਼ਨ ਟਿਕ ਕਰਦੇ ਹੁੰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਅਧਿਨਿਯਮ 1935 ਦਾ ਪ੍ਰਭਾਵ ਬਹੁਤ ਹੈ। ਇਸ ਸੰਵਿਧਾਨ ਨਿਰਮਾਣ ਦੇ ਵਿੱਚ ਇੱਕ ਇਸ ਨੂੰ ਮੀਲ ਪੱਥਰ ਮੰਨਿਆ ਗਿਆ। ਜੇ ਅਸੀਂ ਇਸ ਦੇ ਬਾਰੇ ਦੇਖੀਏ ਤਾਂ ਇਹਦੇ ਵਿੱਚ 321 ਧਾਰਾਵਾਂ ਤੇ 10 ਅਨੁਸੂਚੀਆਂ ਸੀਗੀਆਂ। ਇਸ ਵਿੱਚ ਸ਼ਕਤੀਆਂ ਦੀ ਵੰਡ ਵੀ ਕੀਤੀ ਗਈ, ਰਾਜਾਂ ਦੀਆਂ ਸ਼ਕਤੀਆਂ, ਸਮਾਵਰਤੀ ਸੂਚੀ ਦਾ ਵੀ ਜ਼ਿਕਰ ਕੀਤਾ ਗਿਆ। ਪਰ ਕਈ ਕਾਰਨਾਂ ਕਰਕੇ ਇਹ ਆਪਣੇ ਉਦੇਸ਼ਾਂ ਦੇ ਉੱਤੇ ਪੂਰਨ ਨਾ ਹੋਇਆ, ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡਾ ਸੰਵਿਧਾਨ ਬਣਦਾ ਤਾਂ ਇਹਦੀਆਂ ਕੁਝ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਸੀ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੀਆਂ ਗਈਆਂ। ਨੈਕਸਟ ਹੀ ਆ ਗਿਆ ਜੀ ਭਾਰਤੀ ਸੁਤੰਤਰਤਾ ਅਧਿਨਿਯਮ 1947। 20 ਫਰਵਰੀ 1947 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਐਟਲੀ ਨੇ ਘੋਸ਼ਣਾ ਕਰਤੀ ਕਿ 30 ਜੂਨ 1947 ਨੂੰ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰ ਦੇਣਾ ਹੈ। ਭਾਰਤ ਦੇ ਹੱਥ ਦੇ ਵਿੱਚ ਹੁਣ ਉਹਨਾਂ ਦੀ ਆਪਣੀ ਲੋਕਤੰਤਰਿਕ ਸਰਕਾਰ ਹੋਏਗੀ, ਤੇ ਲੋਕਤੰਤਰਿਕ ਸਰਕਾਰ ਦੇ ਵਿੱਚ ਭਾਰਤ ਦਾ ਉੱਤਰਦਾਈ ਅਧਿਕਾਰ ਹੋਏਗਾ। 3 ਜੂਨ 1947 ਨੂੰ ਭਾਰਤ ਦੇ ਵਾਇਸਰਾਏ ਲਾਰਡ ਮਾਊਂਟਬੈਟਨ ਭਾਰਤ ਦੀ ਵੰਡ ਦਾ ਪ੍ਰਸਤਾਵ ਪੇਸ਼ ਕਰਦੇ ਹਨ। ਪਾਕਿਸਤਾਨ ਤੇ ਭਾਰਤ ਦੋ ਨਵੇਂ ਦੇਸ਼ ਜਿਨ੍ਹਾਂ ਵਿੱਚੋਂ ਭਾਰਤ ਵਿੱਚੋਂ ਪਾਕਿਸਤਾਨ ਬਣਦਾ, ਇਹ ਪੇਸ਼ ਕੀਤੇ ਗਏ ਜੀ। ਤੇ ਇਸ ਨੂੰ ਮੁਹੰਮਦ ਅਲੀ ਜਿਨ੍ਹਾਂ ਨੇ ਪੇਸ਼ ਕੀਤਾ, ਇੱਕ ਨਾਮ ਦਿੱਤਾ, ਉਹ ਕਹਿੰਦੇ ਆ ਜੀ ਇਹ 2 ਨੇਸ਼ਨ ਥਿਊਰੀ ਹੈ। ਕਈ ਵਾਰੀ ਕੁਐਸਚਨ ਆਉਂਦਾ 2 ਨੇਸ਼ਨ ਥਿਊਰੀ ਕਿਸ ਨੇ ਦਿੱਤੀ? 2 ਨੇਸ਼ਨ ਥਿਊਰੀ ਮੁਹੰਮਦ ਅਲੀ ਜਿਨ੍ਹਾਂ ਨੇ ਦਿੱਤੀ। ਭਾਰਤੀ ਸੁਤੰਤਰਤਾ ਅਧਿਨਿਯਮ 1947 ਇਸ ਨੂੰ ਮਾਊਂਟਬੈਟਨ ਯੋਜਨਾ ਕਿਹਾ ਜਾਂਦਾ ਜੀ। ਇਸ ਵਿੱਚ ਵਾਇਸਰਾਏ ਦਾ ਪਦ ਸਮਾਪਤ ਕਰਕੇ ਗਵਰਨਰ ਜਨਰਲ ਦੇ ਪਦ ਨੂੰ ਉન્નਿਤ ਕੀਤਾ ਗਿਆ। ਭਾਰਤ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਸਨ, ਪਾਕਿਸਤਾਨ ਦੇ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਬਣੇ। ਸੁਤੰਤਰ ਭਾਰਤ ਤੇ ਸੁਤੰਤਰ ਗਵਰਨਰ ਜਨਰਲ ਸੀਗੇ ਜੀ ਸੀ ਰਾਜਾ ਗੋਪਾਲਾਚਾਰੀਆ। ਅਕਸਰ ਪੇਪਰ ਦੇ ਵਿੱਚ ਆਉਂਦਾ ਕਿ ਉਸ ਭਾਰਤੀ ਦਾ ਨਾਮ ਦੱਸੋ ਜੋ ਸੁਤੰਤਰ ਭਾਰਤ ਦਾ ਗਵਰਨਰ ਜਨਰਲ ਸੀਗਾ, ਜਾਂ ਭਾਰਤ ਦਾ ਸੁਤੰਤਰ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ, ਜਾਂ ਭਾਰਤ ਆਜ਼ਾਦ ਭਾਰਤ ਦਾ ਭਾਰਤੀ ਗਵਰਨਰ ਜਨਰਲ ਕੌਣ ਸੀਗਾ? ਸੀ ਰਾਜਾ ਗੋਪਾਲਾਚਾਰੀਆ।
ਇਹ ਸੀਗਾ ਜੀ ਸਾਡੇ ਕੋਲੇ ਕਨਸਟੀਟਿਊਸ਼ਨ ਦਾ ਨਿਰਮਾਣ ਕਿਵੇਂ ਹੋਇਆ, ਕਿ ਕਿੰਨਾ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਕੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਗਿਆ। ਅੱਗੇ ਸਾਨੂੰ ਪਤਾ ਵੀ ਅਸੀਂ ਪੋਲੀਟੀਕਲ ਦੇ ਵਿੱਚ ਕਨਸਟੀਟਿਊਸ਼ਨ ਦੇ ਨਿਰਮਾਣ ਦੇ ਨਾਲ ਅਸੀਂ ਫਿਰ ਉਹਨਾਂ ਦੀ ਮੀਟਿੰਗਾਂ ਬਾਰੇ ਪੜ੍ਹਾਂਗੇ। ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਸਾਡੇ ਕੋਲੇ 9 ਦਸੰਬਰ ਨੂੰ, ਫਿਰ 11 ਦਸੰਬਰ ਨੂੰ, ਫਿਰ ਅਸੀਂ ਉਹਨਾਂ ਮੀਟਿੰਗਾਂ ਦੇ ਵਿੱਚ ਕਿੰਨੀਆਂ ਕਮੇਟੀਆਂ ਸੀਗੀਆਂ ਉਹ ਸਾਰੇ ਦਾ ਸਾਰਾ ਸਾਡਾ ਅਗਲੀ ਵੀਡੀਓ ਦੇ ਵਿੱਚ ਪਾਰਟ ਲੈ ਕੇ ਆਵਾਂਗੇ। ਸੋ ਜੀ ਧੰਨਵਾਦ ਤੁਹਾਡਾ, ਥੈਂਕ ਯੂ ਜੀ। ਵੀਡੀਓ ਨੂੰ ਸੁਣਨ ਦੇ ਲਈ, ਚੰਗੀ ਲੱਗੀ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਤੇ ਸਾਡੀ ਇੱਕ ਛੋਟੀ ਜਿਹੀ ਰਿਕੁਐਸਟ ਹੈ, ਸਾਡੀ ਇਸ ਵੀਡੀਓ ਨੂੰ ਲੋੜਵੰਦ ਵਿਦਿਆਰਥੀਆਂ ਤੱਕ ਜ਼ਰੂਰ ਪਹੁੰਚਾਓ ਜੀ। ਥੈਂਕ ਯੂ ਜੀ, ਧੰਨਵਾਦ।